ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਬੀਰ ਸਿੰਘ ਜੀ ਕੌੜਾ ਜੀ ਦੀ ਰਚਨਾ ਤੇ ਸਿੱਖ ਵੀ ਨਿਕਲਿਆ ਗਿਆ। ਭਾਗ 26ਵਾਂ। ਅਕਾਲੀਆਂ ਨੂੰ ਕੋਈ ਇਹ ਪੁੱਛੇ ਕਿ ਕਦੇ ਤੁਸੀਂ ਆਮ ਸਿੱਖਾਂ ਨੂੰ ਰਾਮ ਰਾਜ, ਰਣਜੀਤ ਸਿੰਘ ਵਰਗਾ ਰਾਜ, ਖਾਲਿਸਤਾਨ ਕਦੇ ਕੋਈ ਤੇ ਕਦੇ ਕੋਈ ਲਾਰਾ ਲਾਉਂਦੇ ਹੋ, ਪਰ ਭਾਰਤ ਸਰਕਾਰ ਤੁਹਾਨੂੰ ਆਪਣੀਆਂ ਬਰੂਹਾਂ ਨਹੀਂ ਟੱਪਣ ਦਿੰਦੀ। ਚਲੋ ਜੋ ਲੈ ਕੇ ਦੇ ਸਕਦੇ ਹੋ ਉਹੀ ਲੈ ਦਿਓ, ਪਰ ਨਿਰੀ ਬਕ-ਬਕ ਤੋਂ ਹੁਣ ਸਿੱਖ ਅੱਕ ਚੁੱਕੇ ਹਨ। ਹੁਣ ਤਾਂ ਲੈ ਕੇ ਤੁਸਾਂ ਕਿਸੇ ਨੂੰ ਕੀ ਦੇਣਾ ਹੈ, ਸਗੋਂ ਪਹਿਲਾਂ ਦੇ ਭਖਦੇ ਤੇ ਹੱਕੀ ਮੁੱਦੇ, ਪਾਣੀ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਵਗੈਰਾ ਵੀ ਸਭ ਛੱਡ ਚੁੱਕੇ ਹੋ ਤੇ ਹਿੰਦੂਆਂ ਦੇ ਥੱਲੇ ਲੱਗ ਕੇ ਰਹਿਣਾ ਮੰਨ ਗਏ ਹੋ। ਜੇ ਆਜ਼ਾਦੀ ਦਾ ਮਤਲਬ ਹਕੂਮਤ ਹੈ ਤਾਂ ਹਕੂਮਤ ਤਾਂ ਅੱਜ ਵੀ ਇੱਕ ਸਿੱਖ ਹੀ ਕਰ ਰਿਹਾ ਹੈ, ਪਰ ਜਿਸ ਬੰਦੇ ਦੀ ਹਕੂਮਤ ਹੋਵੇ ਉਸੇ ਕੋਲ ਤਾਕਤ ਹੁੰਦੀ ਹੈ। ਪਰ ਕੀ ਅੱਜ ਬਾਦਲ ਕੋਲ ਫੈਸਲੇ ਲੈਣ ਦੀ ਤਾਕਤ ਹੈ? ਇੱਕ ਵਿਦਵਾਨ ਨੇ ਕਿਹਾ ਹੈ, ਤਾਕਤ ਮਨੁੱਖ ਨੂੰ ਭ੍ਰਿਸ਼ਟ ਅਤੇ ਬਿਲਕੁਲ ਭ੍ਰਿਸ਼ਟ ਕਰ ਦਿੰਦੀ ਹੈ। ਰਾਜ ਕਰਨ ਦਾ ਇਹ ਤਰੀਕਾ ਵਧੀਆ ਸਾਬਤ ਨਹੀਂ ਹੋਇਆ। ਕਹਿਣ ਨੂੰ ਤਾਂ ਬਾਦਲ ਸਾਹਿਬ ਦੀ ਚੁਣੀ ਹੋਈ ਸਰਕਾਰ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਵੀ ਚੁਣੀ ਹੋਈ ਹੈ, ਪਰ ਸ਼ਕਤੀ ਹੱਥ ਵਿੱਚ ਆਉਣ ਤੇ ਇਹਨਾਂ ਦੇ ਉਲਟ-ਪੁਲਟ ਕਰਕੇ ਰੱਖ ਦਿੱਤਾ ਹੈ। ਪਰ ਸ਼ਕਤੀ ਹੱਥ ਵਿੱਚ ਆਉਣ ਕਰਕੇ ਇਹਨਾਂ ਨੇ ਉਲਟ-ਪੁਲਟ ਕਰਕੇ ਰੱਖ ਦਿੱਤਾ ਹੈ। ਇਹਨਾਂ ਨੇ ਆਜ਼ਾਦੀ ਦਾ ਅਰਥ ਹੀ ਬਦਲ ਦਿੱਤਾ ਹੈ। ਦੁਨੀਆ ਦੇ ਦਾਰਸ਼ਨਿਕਾਂ ਦਾ ਖਿਆਲ ਹੈ ਕਿ ਬੇੜੀਆਂ ਜ਼ਬਰਦਸਤੀ ਪਾਈਆਂ ਤਾਂ ਜਾ ਸਕਦੀਆਂ ਹਨ, ਪਰ ਜ਼ਬਰਦਸਤੀ ਲਾਈਆਂ ਨਹੀਂ ਜਾ ਸਕਦੀਆਂ। ਜੇ ਕਿਸੇ ਦੀਆਂ ਬੇੜੀਆਂ ਉਸ ਦੀ ਮਰਜ਼ੀ ਤੋਂ ਬਿਨਾਂ ਕੱਟੀਆਂ ਗਈਆਂ ਤਾਂ ਉਹ ਫਿਰ ਪਹਿਨ ਲਵੇਗਾ, ਕਿਉਂਕਿ ਜੋ ਇਹਨਾਂ ਦਾ ਆਦੀ ਹੋ ਜਾਵੇ ਉਹਦੀ ਆਦਤ ਛਡਾਉਣੀ ਔਖੀ ਹੋ ਜਾਂਦੀ ਹੈ। ਸਿੱਖ ਵੀ ਇਸੇ ਤਰ੍ਹਾਂ ਹੀ ਗੁਲਾਮੀ ਦੇ ਆਦੀ ਹੋ ਗਏ ਹਨ। ਪਾਕਿਸਤਾਨ ਬਣਨ ਤੋਂ ਪਹਿਲਾਂ ਤੇ ਬਾਅਦ 'ਚ 1994 ਤੱਕ ਅਕਾਲੀ ਇਹ ਫੈਸਲਾ ਹੀ ਨਹੀਂ ਸੀ ਲੈ ਸਕੇ ਕਿ ਇਹ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਜਾਂ ਸਾਰੇ ਪੰਜਾਬੀਆਂ ਦੀ। 1947 ਵਿੱਚ ਤਾਂ ਇਹ ਮਸਲਾ ਬੜੀ ਵੱਡੀ ਸਿਰਦਰਦੀ ਦੇ ਰੂਪ ਵਿੱਚ ਦਰਪੇਸ਼ ਸੀ। ਜੇ ਅਕਾਲੀ ਇਹ ਫੈਸਲਾ ਕਰ ਲੈਂਦੇ ਕਿ ਉਹ ਸਿਰਫ ਸਿੱਖਾਂ ਦੇ ਹੀ ਲੀਡਰ ਹਨ, ਤਾਂ ਫਿਰ ਉਹ ਮੁਹੰਮਦ ਅਲੀ ਜਿਨਾਹ ਨਾਲ ਸਮਝੌਤਾ ਕਰਕੇ ਵੱਖਰੀ ਸਿੱਖ ਸਟੇਟ ਲੈ ਸਕਦੇ ਸਨ। ਪਰ ਦੁਚਿੱਤੀ ਵਿੱਚ ਹੀ ਪੂਰੇ ਪੰਜਾਬ ਦੀ ਨੁਮਾਇੰਦਗੀ ਕਰਦੇ ਕਰਦੇ ਉਹ ਹਿੰਦੂਆਂ ਦੀ ਝੋਲੀ ਵਿੱਚ ਡਿੱਗ ਪਏ। ਜਿਹੜੇ ਮੁਸਲਮਾਨ ਕਹਿੰਦੇ ਸਨ ਕਿ ਸਿੱਖ ਸਾਡੇ ਭਰਾ ਹਨ, ਉਹੀ ਮੁਸਲਮਾਨ ਸਿੱਖਾਂ ਦੇ ਇੰਨੇ ਦੁਸ਼ਮਣ ਬਣ ਗਏ ਕਿ ਉਹ ਹਿੰਦੂਆਂ ਨੂੰ ਪੁੱਛਦੇ, ਸਿੱਖ ਜਿੱਥੇ ਲੁਕੇ ਹਨ ਸਾਨੂੰ ਦੱਸ ਦਿਓ ਤੇ ਤੁਸੀਂ ਜਾਓ। ਇਹ ਸਾਰਾ ਸਿੱਖ ਲੀਡਰਾਂ ਦੀ ਬੇਵਕੂਫੀ ਕਾਰਨ ਹੋਇਆ। ਮਾਸਟਰ ਤਾਰਾ ਸਿੰਘ ਛੋਟੇ ਦਿਮਾਗ ਦਾ ਆਦਮੀ ਸੀ। ਜਦੋਂ ਵੀ ਕਿਤੇ ਅੰਗਰੇਜ਼ ਜਾਂ ਹਿੰਦੂਆਂ ਦੇ ਵੱਡੇ ਲੀਡਰਾਂ ਵੱਲੋਂ ਗੱਲਬਾਤ ਕਰਨ ਲਈ ਸੱਦਾ ਆਉਂਦਾ ਤਾਂ ਉਹ ਫੁੱਲ ਜਾਂਦਾ ਤੇ ਬੇਵਕੂਫੀ ਵਿੱਚ ਐਸਾ ਬਿਆਨ ਦਾਗਦਾ ਕਿ ਮੁਸਲਮਾਨਾਂ ਨੂੰ ਸੱਤੀ ਕੱਪਣੀ ਅੱਗ ਲੱਗ ਜਾਂਦੀ। 15 ਅਗਸਤ 1947 ਤੱਕ ਉਸਨੇ ਇੰਨੀਆਂ ਬੇਵਕੂਫੀਆਂ ਕਰ ਦਿੱਤੀਆਂ ਸਨ ਕਿ ਚਾਹ ਕੇ ਵੀ ਮੁਸਲਮਾਨ ਸਿੱਖਾਂ ਦੀਆਂ ਗੱਲਾਂ ਤੇ ਇਤਬਾਰ ਨਹੀਂ ਸਨ ਕਰ ਸਕਦੇ। ਲਾਹੌਰ ਅਸੈਂਬਲੀ ਤੋਂ ਕਿਰਪਾਨ ਨਾਲ ਝੰਡਾ ਵੱਢਣਾ ਸਾਰੇ ਸਿੱਖਾਂ ਦੀਆਂ ਬੇੜੀਆਂ ਵਿੱਚ ਵੱਟੇ ਪਾਉਣ ਤੁੱਲ ਸੀ, ਪਰ ਹਿੰਦੂਆਂ ਨੇ ਇਸ ਘਟਨਾ ਕਰਕੇ ਉਸ ਨੂੰ ਇੰਨਾ ਭੂਏ ਚੜਾ ਦਿੱਤਾ ਕਿ ਉਹ ਆਪਣੇ ਆਪ ਨੂੰ ਮੁਹੰਮਦ ਅਲੀ ਜਿਨਾਹ ਤੇ ਗਾਂਧੀ ਤੋਂ ਵੀ ਉੱਤੇ ਸਮਝਣ ਲੱਗ ਪਿਆ। ਬਸ ਇੱਥੇ ਹੀ ਸਿੱਖ ਮਾਰ ਖਾ ਗਏ। ਇੱਕ ਵੇਲਾ ਉਹ ਵੀ ਸੀ ਜਦੋਂ ਸਿੱਖ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਕੇ ਮਹਾਤਮਾ ਗਾਂਧੀ ਦੀ ਜੈ ਕਿਹਾ ਕਰਦੇ ਸਨ। ਬਾਦਲ ਨੇ ਸਿੱਖਾਂ ਦੀ ਇਹ ਦੁਵਿਧਾ 1996 ਵਿੱਚ ਹੋਈ ਮੋਗਾ ਕਾਨਫਰੰਸ ਵਿੱਚ ਤੋੜੀ ਹੈ। ਬਾਦਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਕਾਲੀ ਪਾਰਟੀ ਵਿੱਚ ਪੰਥ ਤੇ ਖਾਲਸਾ ਵਰਗੇ ਸ਼ਬਦਾਂ ਦਾ ਹੁਣ ਕੋਈ ਮਹੱਤਵ ਨਹੀਂ। ਪੰਜਾਬ ਅਤੇ ਪੰਜਾਬੀਅਤ ਨੂੰ ਅੱਗੇ ਲਿਆਂਦਾ ਗਿਆ ਤੇ ਭਾਰਤੀ ਜਨਤਾ ਪਾਰਟੀ ਨੂੰ ਸਪਸ਼ਟ ਕਰ ਦਿੱਤਾ ਗਿਆ ਕਿ ਅਕਾਲੀ ਦਲ ਬਾਦਲ ਹੁਣ ਕਦੇ ਵੀ ਸਿੱਖ ਮੰਗਾਂ ਦੀ ਗੱਲ ਨਹੀਂ ਕਰੇਗਾ। ਇੱਥੋਂ ਤੱਕ ਕਿ ਪੰਜਾਬ ਦੀਆਂ ਸਾਂਝੀਆਂ ਮੰਗਾਂ ਵੀ ਛੱਡ ਦਿੱਤੀਆਂ।
ਚੰਡੀਗੜ੍ਹ ਪਾਣੀ ਬਿਜਲੀ ਦਾ ਨਾਂ ਤੱਕ ਨਹੀਂ ਲਿਆ ਜਾਵੇਗਾ। ਹੁਣ ਜਦੋਂ ਅਕਾਲੀ ਦਲ ਬਾਦਲ ਦਾ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਧੜਾ ਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ ਦੇ ਨਾਅਰੇ ਲਾਉਂਦੇ ਹਨ ਤਾਂ ਸ੍ਰੀ ਵਾਜਪਾਈ ਜਿੰਦਾਬਾਦ ਸਗੋਂ 2 ਵਾਰ ਕਹਿੰਦੇ ਹਨ। ਇਹ ਉਹੀ ਨਜ਼ਾਰਾ ਹੈ ਜਿਹੜਾ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਮਹਾਤਮਾ ਗਾਂਧੀ ਦੀ ਜਾਇਦਾਦ ਸੀ। ਇੱਕ ਵਾਰ ਇੱਕ ਫਿਲਮ ਦਾ ਮਨੋਰੰਜਨ ਟੈਕਸ ਮੁਆਫ ਕਰਾਉਣ ਸੰਚਾਰ ਮੰਤਰੀ ਕੋਲ ਗਿਆ। ਮੰਤਰੀ ਨੇ ਫਿਲਮ ਵੇਖ ਕੇ ਉਸ ਨੂੰ ਪੁੱਛਿਆ, ਇਸ ਫਿਲਮ ਵਿੱਚ ਮਨੋਰੰਜਨ ਕਿੱਥੇ ਹੈ ਜਿਹੜਾ ਤੂੰ ਟੈਕਸ ਮੁਆਫ ਕਰਾਉਣਾ ਜਾਂ ਕਰਵਾਉਣ ਆ ਗਿਆ? ਉਸਨੇ ਬੜੇ ਆਰਾਮ ਨਾਲ ਕਿਹਾ, ਜਨਾਬ ਇਹੋ ਹੀ ਤਾਂ ਮੈਂ ਕਹਿੰਦਾ ਹਾਂ, ਜਦੋਂ ਮਨੋਰੰਜਨ ਹੀ ਨਹੀਂ ਤਾਂ ਫਿਰ ਮਨੋਰੰਜਨ ਟੈਕਸ ਕਾਹਦਾ? ਜਿਹੜੇ ਲੋਕ ਬਾਦਲ ਨੂੰ ਇਸ ਕਰਕੇ ਕੋਸਦੇ ਹਨ ਕਿ ਸਿੱਖ ਮੁੱਖ ਮੰਤਰੀ ਹੋ ਕੇ ਇਸ ਨੂੰ ਕੋਈ ਪੰਥ ਦਰਦ ਨਹੀਂ, ਉਹ ਭੁੱਲ ਜਾਂਦੇ ਹਨ ਕਿ ਬਾਦਲ ਸਾਹਿਬ ਦੀ ਪਾਰਟੀ ਨੇ ਮੋਗਾ ਕਾਨਫਰੰਸ ਵਿੱਚ ਪੰਥ ਸ਼ਬਦ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਹੋਇਆ ਹੈ। ਜਦੋਂ ਉਹਨਾਂ ਦੇ ਅਕਾਲੀ ਦਲ ਵਿੱਚ ਪੰਥ ਹੀ ਨਹੀਂ, ਫਿਰ ਪੰਥ ਦਰਦ ਕਾਹਦਾ? ਤਾਂ ਹਿੰਦੂਤਵ ਦਾ ਉਹਨੂੰ ਪੂਰਾ ਧਿਆਨ ਹੈ। ਤਾਈਓ ਹੀ ਤਾਂ ਅੱਜ ਕੱਲ੍ਹ ਕੀਰਤਨ ਦਰਬਾਰ ਬੰਦ ਤੇ ਮਹਾਮਾਈ ਦੇ ਜਗਰਾਤੇ ਥਾਂ ਹੁੰਦੇ ਹਨ, ਬਲਕਿ ਉਹਨਾਂ ਦੇ ਆਪਣੇ ਘਰ ਹਵਨ ਯੱਗ ਹੁੰਦੇ ਹਨ ਤੇ ਉਹ ਬਾਕਾਇਦਾ ਮੱਥੇ ਤੇ ਟਿੱਕਾ ਸਜਾਉਂਦੇ ਹਨ, ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਹਨ। ਉਹਨਾਂ ਦੇ ਮੰਤਰੀ ਹਨੂਮਾਨ ਚਾਲੀਸੇ ਪੜ੍ਹਦੇ ਹਨ ਤੇ ਉਹਨਾਂ ਦੇ ਦਲ ਵਿੱਚ ਨੂੰਹਮਾਰ ਕੁੜੀ ਮਾਰਾਂ ਦਾ ਆਦਰ ਹੈ, ਕਿਉਂਕਿ ਹਿੰਦੂ ਧਰਮ ਵਿੱਚ ਕੁੜੀ ਮਾਰਨੀ ਪਾਪ ਨਹੀਂ। ਹੁਣ ਤਾਂ ਉਹ ਗੱਲ ਵੀ ਭਾਰਤੀ ਜਨਤਾ ਪਾਰਟੀ ਤੇ ਉਸ ਦੀ ਚਚੇਰੀ ਭੈਣ ਰਾਸ਼ਟਰੀ ਸਿੱਖ ਸੰਗਤ ਦੀ ਹੀ ਸੁਣਦੇ ਹਨ, ਅਕਾਲੀਆਂ ਦੀ ਨਹੀਂ। ਇੱਕ ਵਾਰ ਸਰਦਾਰ MS ਰੰਧਾਵਾ ICS, ਜਿਨ੍ਹਾਂ ਨੇ ਚੰਡੀਗੜ੍ਹ ਸ਼ਹਿਰ ਵਸਾਇਆ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਵੀ ਰਹੇ, ਨੂੰ ਕਿਸੇ ਨੇ ਪੁੱਛਿਆ, ਸਿੱਖ ਪਛੜਦੇ ਕਿਉਂ ਜਾਂਦੇ ਹਨ? ਉਹ ਕਹਿਣ ਲੱਗੇ, ਤੁਹਾਡੇ ਸਵਾਲ ਤੋਂ ਤਾਂ ਇਹ ਪਤਾ ਨਹੀਂ ਲੱਗਦਾ ਕਿ ਸਿੱਖ ਕਾਹਦੇ ਵਿੱਚ ਪਛੜਦੇ ਹਨ, ਪਰ ਇਸ ਦਾ ਜਵਾਬ ਇਹ ਹੈ ਕਿ ਜਦੋਂ ਕੋਈ ਪਛੜਨ ਲੱਗ ਜਾਵੇ ਫਿਰ ਉਹ ਪਛੜਦਾ ਜਾਂਦਾ ਹੈ ਤੇ ਪਛੜਦਾ ਹੀ ਜਾਂਦਾ ਹੈ। ਭਾਵੇਂ ਸ੍ਰੀ ਰੰਧਾਵਾ ਜੱਟ ਸਿੱਖ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ ਤੇ ਕਲੀਨ ਸ਼ੇਵਨ ਸਨ, ਪਰ ਹਿੰਦੂਆਂ ਨੂੰ ਉਹ ਇਸ ਸ਼ਕਲ ਵਿੱਚ ਵੀ ਮਨਜ਼ੂਰ ਨਹੀਂ ਸਨ ਤੇ ਉਹ ਕਹਿੰਦੇ ਸਨ, ਭਾਵੇਂ ਇਹਦੇ ਮੂੰਹ ਤੇ ਦਾੜੀ ਨਹੀਂ ਪਰ ਇਹਦੇ ਸੰਗ ਵਿੱਚ ਦਾੜੀ ਹੈ। ਹੁਣ ਮੈਂ ਆਪਣੇ ਉਹਨਾਂ ਸਿੱਖ ਵੀਰਾਂ ਨੂੰ ਪੁੱਛਣਾ ਚਾਹੁੰਦਾ ਹਾਂ ਜਿਹੜੇ ਹਿੰਦੂ ਤੇ ਸਿੱਖ ਨੂੰ ਇੱਕ ਹੀ ਦਰਖਤ ਦੇ 2 ਟਾਹਣ ਮੰਨਦੇ ਹਨ ਜਾਂ ਸਮਝਦੇ ਹਨ, ਕਿ ਸਰਦਾਰ MS ਰੰਧਾਵਾ ਤੋਂ ਹੋਰ ਥੱਲੇ ਕੋਈ ਸਿੱਖ ਕਿੰਨਾ ਕੁ ਡਿੱਗ ਸਕਦਾ ਹੈ, ਜਿਸ ਨੇ ਕੇਸ ਨਾ ਰੱਖੇ, ਦਾੜੀ ਨਾ ਰੱਖੀ, ਪਰ ਫਿਰ ਵੀ ਸਿੱਖ ਹੀ ਰਿਹਾ? ਤਾਂ ਇਸ ਦਾ ਮਤਲਬ MS ਰੰਧਾਵਾ ਦੇ ਉੱਤਰ ਅਨੁਸਾਰ ਇਹ ਹੋਇਆ ਕਿ ਜਦੋਂ ਕੋਈ ਬੰਦਾ ਆਪਣੇ ਧਰਮ ਤੋਂ ਡਿੱਗ ਪਵੇ ਤਾਂ ਫਿਰ ਉਹ ਡਿੱਗਦਾ ਜਾਂਦਾ ਹੈ ਤੇ ਡਿੱਗਦਾ ਹੀ ਜਾਂਦਾ ਹੈ ਤੇ ਥੱਲੇ ਡਿੱਗਣ ਲਈ ਉਸ ਦਾ ਕੋਈ ਅੰਤ ਨਹੀਂ। ਹੁਣ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਨੇ ਸਿੱਖਾਂ ਦੇ ਸ਼ਰੀਕ ਸਿੱਖ ਭੇਖ ਵਿੱਚ ਹਿੰਦੂ ਕੂਕਿਆਂ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚੇਅਰ ਸਥਾਪਿਤ ਕਰ ਦਿੱਤੀ ਹੈ, ਉਹ ਜਗਰਾਤਿਆਂ ਤੇ ਹਿੰਦੂ ਜਲੂਸਾਂ ਦੀ ਅਗਵਾਈ ਕਰਦਾ ਹੈ। ਆਦਿ ਕੁਵਾਰੀ ਤੇ ਹੋਰ ਦੇਵੀਆਂ ਦੇ ਦਰਸ਼ਨ ਕਰਕੇ ਨਿਹਾਲ ਹੁੰਦਾ ਹੈ। ਸਿੱਖਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇ ਰਿਹਾ ਹੈ। ਪੁਲਿਸ ਅਫਸਰਾਂ ਤੇ ਹਿੰਦੂ ਜਥੇਬੰਦੀਆਂ ਨਾਲ ਯਾਰੀ ਗੰਢੀ ਫਿਰਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੇ ਬਾਕੀ ਦੇ ਜਥੇਦਾਰ ਉਹਦੇ ਪੈਰ ਦੇ ਅੰਗੂਠੇ ਥੱਲੇ ਹਨ ਤੇ ਉਹਨਾਂ ਕੋਲੋਂ ਉਹ ਫੈਸਲੇ ਕਰਵਾਉਂਦਾ ਹੈ ਜਿਹੜੇ ਸਿੱਖਾਂ ਨੂੰ ਸਾਰੇ ਸੰਸਾਰ ਵਿੱਚ ਸ਼ਰਮਿੰਦਗੀ ਦਿਵਾਉਂਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਬੁਰਕੀ ਲਈ ਉਹਦੇ ਵੱਲ ਉਤਾਂਹ ਮੂੰਹ ਚੁੱਕਿਆ ਹੈ। ਹੋਰ ਕਿੰਨਾ ਕੁ ਥੱਲੇ ਡਿੱਗ ਸਕਦਾ ਹੈ? ਜਵਾਬ ਹੈ, ਡਿੱਗਦਾ ਜਾਵੇਗਾ ਤੇ ਡਿੱਗਦਾ ਹੀ ਜਾਵੇਗਾ। ਸਿਰਲੇਖ ਇਤਿਹਾਸ। ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਗਿਆ ਹੈ।
ਭਾਈ ਵੀਰ ਸਿੰਘ ਜੀ ਨੂੰ ਸ਼੍ਰੋਮਣੀ ਕਵੀ ਹੋਣ ਦਾ ਸੁਭਾਗ ਪ੍ਰਾਪਤ ਹੈ, ਪਰ ਇਤਿਹਾਸਕਾਰਾਂ ਨੇ ਇਹਨਾਂ ਦੋਹਾਂ ਵਿਦਵਾਨਾਂ ਨੂੰ ਹੀ ਬੁਰੀ ਤਰ੍ਹਾਂ ਨਕਾਰਿਆ ਹੈ। ਇਥੋਂ ਤੱਕ ਕਿ ਇਤਿਹਾਸਕਾਰ ਇਹਨਾਂ ਦੋਵਾਂ ਨੂੰ ਹੀ ਨਿੱਜੀ ਦਾਇਰੇ ਵਿੱਚ ਕੈਦ ਵਿਦਵਾਨ ਮੰਨਦੇ ਹਨ। ਪਰ ਦੂਜੇ ਪਾਸੇ ਮੁੰਨੇ ਵਾਲਾਂ ਵਾਲੀ ਤੇ ਬੀੜੀ ਸਿਗਰਟ ਦੇ ਨਾਲ ਸ਼ਰਾਬ ਪੀਣ ਵਾਲੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਨੂੰ ਇਤਿਹਾਸਕਾਰ ਇੱਕ ਜਾਗਰੂਕ ਲੇਖਕਾ ਮੰਨਦੇ ਹਨ। ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਚਸ਼ਮਦੀਦ ਗਵਾਹ ਸਨ, ਪਰ ਫਿਰ ਵੀ ਉਹਨਾਂ ਨੇ ਇੱਕ ਅੱਖਰ ਵੀ ਉਹਨਾਂ ਦੀ ਸ਼ਹੀਦੀ ਬਾਰੇ ਨਹੀਂ ਲਿਖਿਆ। ਕਈ ਇਤਿਹਾਸਕਾਰਾਂ ਨੇ ਆਖਿਆ ਹੈ ਕਿ ਉਹ ਡਰ ਗਏ ਹੋਣਗੇ, ਕਈਆਂ ਨੇ ਕਿਹਾ ਹਕੂਮਤ ਅੱਗੇ ਵਿਕ ਗਏ ਹੋਣਗੇ, ਕਿਸੇ ਨੇ ਕੁਝ ਕਿਹਾ ਤੇ ਕਿਸੇ ਨੇ ਕੁਝ। ਇਸੇ ਤਰ੍ਹਾਂ ਹੀ ਸ਼੍ਰੋਮਣੀ ਕਵੀ ਭਾਈ ਵੀਰ ਸਿੰਘ ਜੀ ਨੇ ਬਹੁਤ ਹੀ ਉੱਚਤਮ ਸਾਹਿਤ ਦੀ ਰਚਨਾ ਕੀਤੀ ਹੈ। ਕੇਲੇ ਦੇ ਗਲ ਲੱਗੀ ਵੇਲ, ਬਨਕਸ਼ੇ ਦਾ ਫੁੱਲ ਤੇ ਹੋਰ ਕਈ ਬਹੁਤ ਹੀ ਪਰਮਾਤਮਾ ਪਿਆਰ ਨਾਲ ਸੰਬੰਧਿਤ ਵਿਸ਼ਿਆਂ ਨੂੰ ਆਪਣੀ ਕਵਿਤਾ ਰਾਹੀਂ ਛੂਹਿਆ ਹੈ। ਭਾਰਤ ਪਾਕ ਵੰਡ ਵੇਲੇ ਸਭ ਕੁਝ ਉਹਨਾਂ ਦੀਆਂ ਅੱਖਾਂ ਸਾਹਮਣੇ ਵਾਪਰਿਆ, ਪਰ ਉਹਨਾਂ ਨੇ ਇਸ ਦੇ ਵਿਰੋਧ ਵਿੱਚ ਇੱਕ ਸ਼ਬਦ ਵੀ ਨਹੀਂ ਲਿਖਿਆ। ਦੂਜੇ ਪਾਸੇ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਇੰਨਾ ਜ਼ੁਲਮ ਵੇਖ ਕੇ ਤੜਫ ਉੱਠੀ ਤੇ ਉਸਨੇ ਲਿਖਿਆ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਖੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਵੇ ਦਰਦਮੰਦਾਂ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ, ਅੱਜ ਵੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਸਾਹਿਤਕਾਰ ਕਹਿੰਦੇ ਹਨ ਕਿ ਜੇ ਅੰਮ੍ਰਿਤਾ ਪ੍ਰੀਤਮ ਇਸ ਕਵਿਤਾ ਤੋਂ ਬਗੈਰ ਕੁਝ ਵੀ ਹੋਰ ਨਾ ਲਿਖਦੀ ਤਾਂ ਵੀ ਉਹ ਸਾਹਿਤ ਦੀ ਦੁਨੀਆ ਵਿੱਚ ਛਾ ਜਾਂਦੀ, ਕਿਉਂਕਿ ਉਸ ਦੀਆਂ ਅੱਖਾਂ ਸਾਹਮਣੇ ਜੋ ਕੁਝ ਵਾਪਰਿਆ ਉਹ ਉਸ ਕੋਲੋਂ ਜਰਿਆ ਨਹੀਂ ਗਿਆ ਤੇ ਉਸਨੇ ਉਸ ਦਰਦ ਵਿੱਚ ਭਿੱਜ ਕੇ ਝੱਟ ਲੇਰ ਮਾਰ ਦਿੱਤੀ ਤੇ ਲੋਕਾਂ ਦੀ ਕਵਿੱਤਰੀ ਬਣ ਗਈ। ਭਾਈ ਵੀਰ ਸਿੰਘ ਨੇ ਸਭ ਕੁਝ ਅੱਖਾਂ ਸਾਹਮਣੇ ਹੁੰਦਾ ਵੇਖ ਕੇ ਵੀ ਅਣਡਿੱਠ ਕਰ ਦਿੱਤਾ ਤੇ ਆਪਣੇ ਆਪ ਵਿੱਚ ਹੀ ਮਸਤ ਰਹਿ ਕੇ ਸਾਹਿਤ ਰਚਦੇ ਰਹੇ। ਇਹੋ ਜਿਹਾ ਸਾਹਿਤ ਜਿੰਨਾ ਮਰਜ਼ੀ ਕੋਈ ਲਿਖ ਸੁੱਟ ਦੇਵੇ, ਆਮ ਆਦਮੀ ਨੇ ਉਸ ਵਿੱਚੋਂ ਕੀ ਕੱਢਣਾ ਪਾਉਣਾ ਹੁੰਦਾ ਹੈ। ਉਹਨਾਂ ਨੂੰ ਤਾਂ ਉਸ ਸਾਹਿਤ ਨਾਲ ਮਤਲਬ ਹੁੰਦਾ ਹੈ ਜਿਸ ਵਿੱਚ ਉਹਨਾਂ ਨਾਲ ਕੀਤੇ ਜਾਂਦੇ ਜ਼ੁਲਮਾਂ ਦੀ ਕਹਾਣੀ ਹੋਵੇ। ਉਹਨਾਂ ਨਾਲ ਵਾਪਰੇ ਭਾਣੇ ਨੂੰ ਕਾਗਜ਼ ਤੇ ਉਤਾਰਨ ਵਾਲਾ ਉਹਨਾਂ ਦਾ ਹਮਦਰਦ ਸਾਹਿਤਕਾਰ ਅਖਵਾਉਂਦਾ ਹੈ। ਇਤਿਹਾਸ ਕੀ ਹੈ? ਜੋ ਘਟਨਾਵਾਂ ਅੱਜ ਵਾਪਰ ਰਹੀਆਂ ਹਨ ਉਹ ਕੱਲ੍ਹ ਦਾ ਇਤਿਹਾਸ ਹੋਣਗੀਆਂ, ਜਾਂ ਦੂਜੇ ਅੱਖਰਾਂ ਵਿੱਚ ਇਤਿਹਾਸ ਉਹ ਸੱਚ ਹੁੰਦਾ ਹੈ ਜੋ ਉਸ ਵੇਲੇ ਦੇ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਹੁੰਦਾ ਹੈ। ਜੇ ਅੱਖਾਂ ਨਾਲ ਵੇਖਣ ਵਾਲਾ ਬੰਦਾ ਆਪਣੇ ਆਪ ਨੂੰ ਇਤਿਹਾਸਕਾਰ ਆਖੇ ਪਰ ਉਸ ਬਾਰੇ ਲਿਖੇ ਕੁਝ ਨਾ, ਤਾਂ ਉਹ ਇਤਿਹਾਸਕਾਰ ਅਖਵਾਉਣ ਦਾ ਹੱਕਦਾਰ ਕਿਵੇਂ ਹੋ ਸਕਦਾ? ਜੇ ਅੱਜ ਦੇ ਸਾਹਿਤਕਾਰ ਵੀ ਅੱਜ ਬਾਰੇ ਕੁਝ ਨਹੀਂ ਲਿਖਦੇ ਤੇ ਅੱਖਾਂ ਮੀਟ ਛੱਡਣਗੇ ਤਾਂ ਉਹ ਲੋਕ ਅਦਾਲਤ ਵਿੱਚ ਬੜੇ ਸ਼ਰਮਸਾਰ ਹੋਣਗੇ। ਉਹਨਾਂ ਦੀ ਵਿਦਵਤਾ ਨੂੰ ਲੋਕਾਂ ਨੇ ਰਗੜ ਕੇ ਫੋੜੇ ਤੇ ਲਾਉਣਾ ਹੈ। 1978 ਤੋਂ ਲੈ ਕੇ 1998 ਤੱਕ ਲੋਕ ਜ਼ੁਲਮ ਦੀ ਭੱਠੀ ਵਿੱਚ ਸੜੇ ਹਨ। ਥੋੜਾ ਜਾਂ ਬਹੁਤਾ ਸੇਕ ਬਹੁਤ ਲੋਕਾਂ ਨੂੰ ਲੱਗਾ ਹੈ। ਕਈਆਂ ਨੂੰ ਪੁਲਿਸ ਨੇ ਮਾਰਿਆ, ਕਈਆਂ ਨੂੰ ਖਾੜਕੂਆਂ ਨੇ ਮਾਰਿਆ। ਕਈ ਪੁਲਿਸ ਵਾਲੇ ਖਾੜਕੂਆਂ ਤੋਂ ਮਰੇ, ਕਈ ਖਾੜਕੂ ਝੂਠੇ ਜਾਂ ਸੱਚੇ ਪੁਲਿਸ ਮੁਕਾਬਲਿਆਂ ਵਿੱਚ ਮਰੇ। ਕਈ ਵਿਚਾਰੇ ਬੇਦੋਸ਼ੇ ਤੇ ਭੁਲੇਖੇ ਨਾਲ ਹੀ ਬੱਚੇ ਲਈ ਬਾਜ਼ਾਰੋਂ ਟੌਫੀਆਂ ਲੈਣ ਗਏ, ਗੋਲੀ ਦੀ ਚਪੇਟ ਵਿੱਚ ਆ ਗਏ ਤੇ ਜਾਨਾਂ ਗਵਾ ਬੈਠੇ। ਮਾਰੇ ਜਾਣ ਤੋਂ ਇਲਾਵਾ ਇਸ ਸੰਘਰਸ਼ ਵਿੱਚ ਹੋਰ ਵੀ ਬਹੁਤ ਬੇਨੇਮੀਆਂ ਹੋਈਆਂ। ਹਰ ਵਿਅਕਤੀ ਨੂੰ ਹਰ ਗੱਲ ਤੇ ਹਰ ਘਟਨਾ ਦਾ ਪਤਾ ਨਹੀਂ ਹੋ ਸਕਦਾ, ਪਰ ਉਸਨੂੰ ਜਿੰਨੀ ਕੁ ਗੱਲ ਦਾ ਪਤਾ ਹੈ ਉਹ ਤਾਂ ਲੋਕਾਂ ਅੱਗੇ ਲਿਆਵੇ। ਇਸ ਤਰ੍ਹਾਂ ਕਰਦਿਆਂ ਜਾਣਕਾਰੀ ਦਾ ਇੱਕ ਵੱਡਾ ਢੇਰ ਇਕੱਠਾ ਹੋ ਜਾਂਦਾ। ਇਹ ਢੇਰ ਭਾਵੇਂ ਤੂੜੀ ਦੇ ਦਾਣਿਆਂ ਤੇ ਰਲੇ ਮਿਲੇ ਢੇਰ ਵਰਗਾ ਹੀ ਕਿਉਂ ਨਾ ਹੁੰਦਾ, ਇਤਿਹਾਸਕਾਰ ਜ਼ਰੂਰ ਵਿੱਚੋਂ ਦਾਣਿਆਂ ਨੂੰ ਵੱਖ ਕਰ ਲੈਂਦੇ, ਪਰ ਅਫਸੋਸ ਇਹ ਹੈ ਕਿ ਸਾਰੇ ਸਾਹਿਤਕਾਰ ਦੜ ਵੱਟ ਕੇ ਬਹਿ ਗਏ ਸਨ। ਹੁਣ ਤੱਕ ਜਿੰਨਾ ਇਸ ਬਾਰੇ ਲਿਖਿਆ ਜਾਣਾ ਚਾਹੀਦਾ ਸੀ ਉਸ ਦਾ 50ਵਾਂ ਹਿੱਸਾ ਵੀ ਨਹੀਂ ਲਿਖਿਆ ਗਿਆ। ਬਸ ਚੋਰ ਉਚੱਕਾ ਚੌਧਰੀ ਤੇ ਗੁੰਡੀ ਰਣ ਪ੍ਰਧਾਨ ਵਾਂਗ ਜਿਹੜੇ ਮਨੁੱਖਤਾ ਦਾ ਆਹੂ ਲਾਉਣ ਵਾਲੇ ਸਨ, ਉਹਨਾਂ ਨੇ ਹੀ ਕਿਤਾਬਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ
ਪਰ ਉਹਨਾਂ ਦਾ ਜਵਾਬ ਦੇਣ ਵਾਲੇ ਚੁੱਪਚਾਪ ਬੈਠੇ ਹਨ। ਵੈਸੇ ਵੀ 1978 ਤੋਂ ਚੱਲਦਿਆਂ ਜਾਂ 1978 ਤੋਂ ਚੱਲਿਆ ਸਿੱਖ ਸੰਘਰਸ਼ ਫੇਲ ਹੋ ਗਿਆ ਹੈ। ਕਿਹਾ ਜਾ ਸਕਦਾ ਹੈ ਕਿ ਸੰਘਰਸ਼ ਚਲਾਉਣ ਵਾਲੀ ਧਿਰ ਹਾਰ ਗਈ ਹੈ। ਹਾਰੇ ਹੋਇਆਂ ਦੇ ਇਤਿਹਾਸ ਹਮੇਸ਼ਾ ਜਿੱਤੇ ਹੋਏ ਲੋਕ ਹੀ ਲਿਖਵਾਇਆ ਕਰਦੇ ਹਨ। ਜਿੱਤੇ ਹੋਏ ਲੋਕ ਇਤਿਹਾਸ ਲਿਖਵਾਉਂਦੇ ਹਨ ਤੇ ਹਾਰਿਆਂ ਹੋਇਆਂ ਦੇ ਲਿਖੇ ਜਾਂਦੇ ਹਨ। ਜੇ ਹਿਟਲਰ ਜਿੱਤ ਜਾਂਦਾ ਤਾਂ ਚਰਚਿਲ, ਸਟਾਲਿਨ ਵਗੈਰਾ ਦਾ ਇਤਿਹਾਸ ਹੋਰ ਹੁੰਦਾ। ਜਦੋਂ ਉਹ ਜਿੱਤ ਰਿਹਾ ਸੀ ਤਾਂ ਸੁਭਾਸ਼ ਚੰਦਰ ਬੋਸ ਉਸ ਤੋਂ ਬਹੁਤ ਪ੍ਰਭਾਵਿਤ ਸੀ। ਜੇ ਰਾਵਣ ਜਿੱਤ ਜਾਂਦਾ ਤਾਂ ਫਿਰ ਪੁਤਲੇ ਰਾਮ ਦੇ ਸੜਦੇ, ਕਿਉਂਕਿ ਸਰੂਪਨਖਾਂ ਦਾ ਨੱਕ ਵੱਢਣਾ ਕੋਈ ਛੋਟਾ ਜੁਰਮ ਨਹੀਂ ਸੀ। ਉਹ ਵੀ ਇੱਕ ਕਸ਼ਤਰੀ ਦੁਆਰਾ ਬ੍ਰਾਹਮਣ ਕੰਨਿਆ ਦਾ। ਕਸ਼ਤਰੀ ਦੀ ਕੀ ਜ਼ਰੂਰਤ ਸੀ ਕਿ ਉਹ ਬ੍ਰਾਹਮਣ ਦਾ ਕੀਤਾ ਹੋਇਆ ਪਿਸ਼ਾਬ ਵੀ ਉਲੰਘ ਜਾਵੇ। ਪਰ ਰਾਵਣ ਹਾਰ ਗਿਆ ਤੇ ਸੁੰਦਰ ਸਰੂਪ ਨਖਾਂ ਰਾਖਸ਼ਣੀ ਅਖਵਾਉਣ ਲੱਗੀ। ਇਸੇ ਹੀ ਤਰ੍ਹਾਂ ਸਿੱਖ ਖਾੜਕੂ ਸੰਘਰਸ਼ ਹਾਰ ਗਏ ਤੇ ਹੁਣ ਅੱਤਵਾਦੀ, ਲੁਟੇਰੇ ਅਤੇ ਦਰਿੰਦੇ ਅਖਵਾਉਣ ਲੱਗ ਪਏ। ਜਦੋਂ ਚੜ੍ਹਦੀ ਕਲਾ ਵਿੱਚ ਸਨ ਉਦੋਂ ਅਖਬਾਰਾਂ ਤੇ ਟੀਵੀ ਵਾਲਿਆਂ ਦਾ ਖਬਰ ਦੇਣ ਲੱਗੇ ਖਾੜਕੂ ਖਾੜਕੂ ਕਹਿੰਦਿਆਂ ਦਾ ਮੂੰਹ ਸੁੱਕਦਾ ਸੀ। ਜ਼ਕਰੀਆ ਖਾਂ ਭਾਵੇਂ ਸਿੱਖਾਂ ਦਾ ਦੁਸ਼ਮਣ ਸੀ, ਪਰ ਉਹਨੇ ਨਾਦਰ ਸ਼ਾਹ ਨੂੰ ਦੱਸਿਆ ਕਿ ਇਹ ਫਕੀਰਾਂ ਦਾ ਟੋਲਾ ਹੈ ਤੇ ਘੋੜਿਆਂ ਦੀਆਂ ਕਾਠੀਆਂ ਤੇ ਹੀ ਇਹਨਾਂ ਦਾ ਘਰ ਹੈ। ਨਾਦਰ ਸ਼ਾਹ ਨੇ ਸਹਿਜੇ ਸੁਭਾਅ ਹੀ ਕਿਹਾ, ਜੇ ਇਹ ਗੱਲ ਹੈ ਤਾਂ ਤੇਰਾ ਰਾਜ ਖੁੱਸਾ ਹੀ ਸਮਝ। ਸਿੱਖਾਂ ਦੀ ਖੁਰਾਕ ਤੇ ਲੰਗਰ ਦਾ ਤੇ ਇਹ ਹਾਲ ਸੀ ਕਿ ਇੱਕ ਵਾਰ ਬਾਬਾ ਆਲਾ ਸਿੰਘ ਦੀ ਪਤਨੀ ਆਪ ਦਾਲ ਵਰਤਾ ਰਹੀ ਸੀ। ਇੱਕ ਸਿੱਖ ਦੇ ਕਬਲੇ ਵਿੱਚ ਜਦੋਂ ਦਾਲ ਪਾਈ ਤਾਂ ਉਹਨੂੰ ਇੰਨਾ ਗੁੱਸਾ ਆਇਆ ਕਿ ਉਹਨੇ ਉਹ ਗਰਮ ਦਾਲ ਉਹਦੇ ਸਿਰ ਵਿੱਚ ਪਾ ਦਿੱਤੀ ਤੇ ਕਿਹਾ, ਇੰਨੇ ਥੋੜੇ ਛੋਲਿਆਂ ਦੀ ਦਾਲ ਵਿੱਚ ਇੰਨਾ ਜ਼ਿਆਦਾ ਪਾਣੀ ਪਾ ਕੇ ਕਿਉਂ ਬਣਾਇਆ ਈ? ਸਿੱਖਾਂ ਨੂੰ ਬੜੇ ਅਜੀਬ ਹਾਲਾਤ ਵਿੱਚੋਂ ਲੰਘਣਾ ਤੇ ਫੈਸਲੇ ਲੈਣੇ ਪਏ। ਹਰ ਦੇਸ਼ ਵਿੱਚ ਆਪਣੇ ਆਪਣੇ ਬਹਾਦਰਾਂ ਦੇ ਕਿੱਸੇ ਗਾਏ ਜਾਂਦੇ ਹਨ ਅਤੇ ਇਤਿਹਾਸ ਪੜ੍ਹ ਕੇ ਸੁਣਾਇਆ ਜਾਂਦਾ ਹੈ। ਇੰਗਲੈਂਡ ਇੱਕ ਐਸਾ ਦੇਸ਼ ਹੈ ਜਿਸ ਨੇ ਲਗਭਗ ਸਾਰੀ ਦੁਨੀਆ ਤੇ ਰਾਜ ਕੀਤਾ ਹੈ। ਬੀਤ ਚੁੱਕੇ ਸਮੇਂ ਦੀਆਂ ਬਹਾਦਰੀ ਦੀਆਂ ਵਾਰਾਂ ਗਾਉਣ ਨੂੰ ਉਹ ਬਿਲਕੁਲ ਮਹੱਤਵ ਨਹੀਂ ਦਿੰਦੀ। ਇਸੇ ਲਈ ਹੀ ਇੰਗਲੈਂਡ ਦੇ ਬਹਾਦਰਾਂ ਦੀਆਂ ਕੋਈ ਕਿੱਸੇ ਕਹਾਣੀਆਂ ਨਹੀਂ ਛਪੀ। ਇਤਿਹਾਸ ਬਾਰੇ ਉਹਨਾਂ ਦਾ ਵਿਚਾਰ ਹੈ ਕਿ ਜੀਂਦੀਆਂ ਜਾਗਦੀਆਂ ਕੌਮਾਂ ਨਿਤ ਨਵਾਂ ਇਤਿਹਾਸ ਸਿਰਜਦੀਆਂ ਹਨ। ਇਤਿਹਾਸ ਦੀਆਂ ਗੱਲਾਂ ਕਰਕੇ ਉਹ ਕੌਮਾਂ ਆਪਣਾ ਚਿੱਤ ਪਰਚਾਉਂਦੀਆਂ ਹਨ ਜਿਹੜੀਆਂ ਵਰਤਮਾਨ ਵਿੱਚ ਨਕਾਰਾ ਹੋ ਚੁੱਕੀਆਂ ਹੋਣ। ਨਹੀਂ ਤਾਂ ਪਿਛਲੀਆਂ ਗੱਲਾਂ ਲਈ ਵਕਤ ਕਿਸ ਕੋਲ ਹੈ। ਪਰ ਇਸੇ ਹੀ ਗੱਲ ਦੇ ਜਵਾਬ ਵਿੱਚ ਇੰਗਲੈਂਡ ਦੀ ਇੱਕ ਵਿਦਵਾਨ ਪ੍ਰਧਾਨ ਮੰਤਰੀ ਸ਼੍ਰੀਮਤੀ ਮਾਰਗਰੇਟ ਥੈਚਰ ਨੇ ਕਿਹਾ ਸੀ, ਇਤਿਹਾਸ ਦਾ ਲਿਖਿਆ ਤੇ ਸਾਂਭਿਆ ਜਾਣਾ ਤਾਂ ਬੜਾ ਜ਼ਰੂਰੀ ਹੈ, ਪਰ ਸਾਡਾ ਇਤਿਹਾਸ ਤਾਂ ਉਹਨਾਂ ਦੇਸ਼ਾਂ ਵਿੱਚ ਲਿਖਿਆ ਤੇ ਸਾਂਭਿਆ ਪਿਆ ਹੈ ਜਿਨ੍ਹਾਂ ਦੇਸ਼ਾਂ ਵਿੱਚ ਸਾਡਾ ਰਾਜ ਰਿਹਾ ਹੈ, ਅਤੇ ਸਾਡੀ ਫੌਜ, ਸਾਡੇ ਧਾਰਮਿਕ ਅਦਾਰੇ, ਸਾਡੇ ਇੰਜੀਨੀਅਰ ਅਤੇ ਸਾਡੇ ਡਾਕਟਰ ਤੇ ਹੋਰ ਲੋਕ ਜਿਨ੍ਹਾਂ ਨੇ ਉਹਨਾਂ ਦੇਸ਼ਾਂ ਵਿੱਚ ਜਾ ਕੇ ਬਰਤਾਨੀਆ ਸਰਕਾਰ ਵੱਲੋਂ ਕੰਮ ਕੀਤਾ ਹੈ ਦੇ ਪਦ ਚਿੰਨ੍ਹਾਂ ਦੇ ਨਿਸ਼ਾਨ ਮੌਜੂਦ ਹਨ ਤੇ ਰਹਿੰਦੀ ਦੁਨੀਆ ਤੱਕ ਮੌਜੂਦ ਰਹਿਣਗੇ, ਕਿਉਂਕਿ ਸਾਡੇ ਨਾਲ ਹੀ ਉਹਨਾਂ ਦੇਸ਼ਾਂ ਦਾ ਇਤਿਹਾਸ ਜੁੜਿਆ ਹੋਇਆ ਹੈ। ਸਾਨੂੰ ਮਨਫੀ ਕਰਕੇ ਉਹਨਾਂ ਆਪਣਾ ਇਤਿਹਾਸ ਨਹੀਂ ਬਣਾ ਸਕਣਗੇ ਨਾ, ਸਾਨੂੰ ਮਨਫੀ ਕਰਕੇ ਉਹ ਆਪਣਾ ਇਤਿਹਾਸ ਨਹੀਂ ਬਣਾ ਸਕਣਗੇ। ਉਹਨਾਂ ਨੂੰ ਲਿਖਣਾ ਹੀ ਪਵੇਗਾ ਕਿ ਇੱਥੇ ਇੰਨੇ ਸੰਨ ਤੋਂ ਲੈ ਕੇ ਇੰਨੇ ਸੰਨ ਤੱਕ ਕਰਾਊਨ ਦਾ ਰਾਜ ਸੀ। ਇਤਿਹਾਸ ਦੀਆਂ ਗੱਲਾਂ ਤਾਂ ਸਿੱਖ ਵੀ ਬਹੁਤ ਕਰਦੇ ਹਨ। ਸਿੱਖ ਇਤਿਹਾਸ ਹਿੰਦੂਆਂ, ਮੁਸਲਮਾਨਾਂ ਜਾਂ ਅੰਗਰੇਜ਼ਾਂ ਨੇ ਲਿਖਿਆ ਹੈ। ਉਸ ਤੋਂ ਅੱਗੇ ਢਾਡੀਆਂ ਤੇ ਹੋਰ ਗਾਉਣ ਵਜਾਉਣ ਵਾਲਿਆਂ ਨੇ ਮੁਸਲਮਾਨਾਂ ਦਾ ਉਹ ਪੱਖ ਉਜਾਗਰ ਨਹੀਂ ਕੀਤਾ ਜਿਸ ਵਿੱਚ ਮੁਸਲਮਾਨਾਂ ਨੇ ਆਪਣੀ ਜਾਨ ਤੇ ਖੇਡ ਕੇ ਗੁਰੂ ਜੀ ਦੀ ਮਦਦ ਕੀਤੀ। ਹਜ਼ਰਤ ਮੀਆਂ ਮੀਰ ਤੋਂ ਲੈ ਕੇ ਪੀਰ ਬੁੱਧੂ ਸ਼ਾਹ, ਨਵਾਬ ਮਲੇਰਕੋਟਲਾ, ਨਵਾਬ ਰਾਏਕੋਟ, ਨਬੀ ਖਾਂ, ਗਨੀ ਖਾਂ ਤੇ ਲੱਕੜ ਸ਼ਾਹ ਨੂੰ ਉਹ ਸਤਿਕਾਰ ਨਹੀਂ ਮਿਲਿਆ ਜੋ ਉਹਨਾਂ ਦਾ ਹੱਕ ਬਣਦਾ ਸੀ। ਹਿੰਦੂਆਂ ਨੂੰ ਤਾਂ ਹਰ ਮੁਸਲਮਾਨ ਨਾਲ ਹੀ ਨਫ਼ਰਤ ਹੈ, ਪਰ ਜੇ ਗੁਰੂ ਜੀ ਨੂੰ ਹਰ ਮੁਸਲਮਾਨ ਨਾਲ ਹੀ ਨਫ਼ਰਤ ਹੁੰਦੀ ਤਾਂ ਉਹ ਔਰੰਗਜ਼ੇਬ ਦੇ ਜਾਨਸ਼ੀਨ
ਬਹਾਦਰ ਸ਼ਾਹ ਦੀ ਲੜਾਈ ਵਿੱਚ ਮਦਦ ਨਾ ਕਰਦੇ। ਦੱਖਣ ਵੱਲ ਜਾਂਦਿਆਂ ਗੁਰੂ ਜੀ ਤੇ ਬਾਦਸ਼ਾਹ ਦੀ ਗੱਲਬਾਤ ਟੁੱਟਣ ਦਾ ਕਾਰਨ ਧਾਰਮਿਕ ਨਹੀਂ ਰਾਜਨੀਤਿਕ ਸੀ। ਜਿਵੇਂ ਸਿੱਖਾਂ ਦੀ ਪੰਜਾਬੀ ਸੂਬੇ ਦੀ ਗੱਲਬਾਤ ਪਹਿਲਾਂ ਨਹਿਰੂ ਨਾਲ ਟੁੱਟੀ ਤੇ ਬਾਅਦ ਵਿੱਚ ਇੰਦਰਾ ਗਾਂਧੀ ਨੇ ਉਹ ਗੱਲ ਮੰਨ ਲਈ। ਸਿੱਖਾਂ ਦੇ ਰਾਗੀਆਂ ਢਾਡੀਆਂ ਨੇ ਹੀ ਅਸਲ ਵਿੱਚ ਸਿੱਖਾਂ ਨੂੰ ਮੁਸਲਮਾਨਾਂ ਤੋਂ ਦੂਰ ਕੀਤਾ ਹੈ। ਕਾਰਨ ਇਹ ਹੈ ਕਿ ਮੁਸਲਮਾਨ ਸਿਵਾਏ ਮਸੀਹ ਤੋਂ ਹੋਰ ਕਿਸੇ ਦੇ ਵੀ ਧਰਮ ਅਸਥਾਨ ਵਿੱਚ ਨਹੀਂ ਜਾਂਦਾ, ਨਾ ਹੀ ਮੱਥਾ ਟੇਕਦਾ ਹੈ ਤੇ ਨਾ ਹੀ ਕੁਝ ਐਸਾ ਕਰਦਾ ਹੈ ਜੋ ਇਸਲਾਮ ਵਿੱਚ ਮਨਾ ਹੋਵੇ। ਪਰ ਸਿੱਖਾਂ ਦੇ ਦੀਵਾਨਾਂ ਵਿੱਚ ਹਿੰਦੂ ਆਮ ਹੀ ਜਾ ਬੈਠਦੇ ਹਨ। ਇਸ ਤਰ੍ਹਾਂ ਮੁਸਲਮਾਨਾਂ ਦੀ ਗੈਰ ਹਾਜ਼ਰੀ ਵਿੱਚ ਤੇ ਹਿੰਦੂਆਂ ਦੀ ਹਾਜ਼ਰੀ ਵਿੱਚ ਰਾਗੀ ਢਾਡੀ ਤੇ ਕੀਰਤਨੀਏ ਉਹੀ ਗੱਲ ਕਰਦੇ ਹਨ ਜਿਹੜੀ ਹਿੰਦੂ ਦੇ ਵਿਰੁੱਧ ਨਾ ਜਾਂਦੀ ਹੋਵੇ। ਨਹੀਂ ਤਾਂ ਜੱਡਾ ਬੁਰਾ ਗੁਰੂਆਂ ਤੇ ਗੁਰੂ ਦੇ ਸਿੱਖਾਂ ਨਾਲ ਹਿੰਦੂ ਨੇ ਕੀਤਾ ਹੈ, ਮੁਸਲਮਾਨ ਨੇ ਤਾਂ ਉਹਦਾ 20ਵਾਂ ਹਿੱਸਾ ਵੀ ਨਹੀਂ ਕੀਤਾ। ਸਮੇਂ ਤੇ ਭੀੜ ਬਣੀ ਤੇ ਮੁਸਲਮਾਨ ਮਦਦ ਲਈ ਦੌੜਦੇ ਰਹੇ। ਭੰਗਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਦੇ ਪੁੱਤਰ ਤੇ ਚੇਲੇ ਸ਼ਹੀਦ ਹੋਏ। ਨਵਾਬ ਮਲੇਰਕੋਟਲੇ ਨੇ ਹਾ ਦਾ ਨਾਅਰਾ ਮਾਰਿਆ। ਇਸ ਤਰ੍ਹਾਂ ਕਰਨ ਨਾਲ ਉਸ ਨੂੰ ਸਜ਼ਾਏ ਮੌਤ ਵੀ ਹੋ ਸਕਦੀ ਸੀ। ਨਵਾਬ ਰਾਏਕੋਟ ਦੇ ਘਰ ਮੁਗਲਾਂ ਦਾ ਘੇਰਾ ਪੈਣ ਤੇ ਗੁਰੂ ਜੀ ਇੱਕ ਤਰ੍ਹਾਂ ਨਾਲ ਲੁਕੇ ਹੋਏ ਸਨ। ਤਲਾਸ਼ੀ ਲੈਂਦਿਆਂ ਜਦੋਂ ਮੁਗਲ ਅਧਿਕਾਰੀ ਇੱਕ ਕਮਰੇ ਵੱਲ ਵਧੇ ਤਾਂ ਨਵਾਬ ਨੇ ਕਿਹਾ, ਮੇਰੀ ਧੀ ਤੇ ਜਵਾਈ ਅੰਦਰ ਹਨ। ਉਸ ਦੀ ਇਸ ਗੱਲ ਤੇ ਇਤਬਾਰ ਕਰਕੇ ਫੌਜ ਵਾਪਸ ਚਲੀ ਗਈ। ਵੇਖਿਆ ਜਾਵੇ ਤਾਂ ਇਹ ਕੋਈ ਮਾਮੂਲੀ ਘਟਨਾ ਨਹੀਂ ਸੀ। ਨਬੀ ਖਾਂ ਤੇ ਗਨੀ ਖਾਂ ਨੇ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਫੌਜ ਦੇ ਜ਼ਬਰਦਸਤ ਘੇਰੇ ਵਿੱਚੋਂ ਬਾਹਰ ਕੱਢਿਆ। ਲੱਕੜ ਸ਼ਾਹ ਮੁਸਲਮਾਨ ਨੇ ਭਾਵੇਂ ਸ਼ਾਹ ਤੋਂ ਵੀ ਵੱਧ ਕੇ ਕੰਮ ਕੀਤਾ। ਮਹਾਰਾਣਾ ਪ੍ਰਤਾਪ ਤੇ ਭਾਵੇਂ ਸ਼ਾਹ ਦੋਵੇਂ ਹੀ ਹਿੰਦੂ ਸਨ, ਪਰ ਲੱਕੜ ਸ਼ਾਹ ਨੇ ਗੈਰ ਮਜ਼ਹਬੀ ਹੋ ਕੇ ਵੀ ਗੁਰੂ ਜੀ ਦੀ ਉਸ ਵੇਲੇ ਮਦਦ ਕੀਤੀ ਜਦੋਂ ਉਹ ਘੋਰ ਸੰਕਟ ਵਿੱਚ ਸਨ ਤੇ ਉਹਨਾਂ ਦੀ ਇੱਜ਼ਤ ਵੀ ਦਾਅ ਤੇ ਲੱਗੀ ਹੋਈ ਸੀ। ਮਾਲਵੇ ਵਿੱਚ ਕੁਝ ਚਿਰ ਠਹਿਰਨ ਤੋਂ ਬਾਅਦ ਗੁਰੂ ਜੀ ਜਦੋਂ ਦਿੱਲੀ ਵੱਲ ਚੱਲੇ ਤਾਂ ਬਰਾੜਾ, ਜਿਨ੍ਹਾਂ ਨੂੰ ਗੁਰੂ ਜੀ ਨੇ ਤਨਖਾਹ ਤੇ ਫੌਜ ਵਿੱਚ ਭਰਤੀ ਕੀਤਾ ਹੋਇਆ ਸੀ, ਨੇ ਗੁਰੂ ਜੀ ਦੇ ਘੋੜੇ ਦੀਆਂ ਵਾਗਾਂ ਫੜ ਲਈਆਂ ਤੇ ਕਿਹਾ, ਪਹਿਲਾਂ ਸਾਡੀਆਂ ਬਣਦੀਆਂ ਤਨਖਾਹਾਂ ਦਿਓ, ਫੇਰ ਜਾਣ ਦਿਆਂਗੇ। ਗੁਰੂ ਜੀ ਨੇ ਕਿਹਾ, ਤੁਹਾਨੂੰ ਸਿੱਖੀ ਚਾਹੀਦੀ ਹੈ ਕਿ ਤਨਖਾਹ ਦੇ ਪੈਸੇ? ਬਰਾੜਾ ਨੇ ਕਿਹਾ, ਅਸੀਂ ਸਿੱਖੀ ਨੂੰ ਕੀ ਕਰਨਾ ਹੈ, ਸਾਡੀ ਤਨਖਾਹ ਸਾਨੂੰ ਦਿਓ। ਜਦੋਂ ਇਹ ਤਕਰਾਰਬਾਜ਼ੀ ਚੱਲ ਰਹੀ ਸੀ ਤਾਂ ਲੱਕੜ ਸ਼ਾਹ ਨਾਂ ਦਾ ਮੁਸਲਮਾਨ 2 ਖੋਤਿਆਂ ਦੇ ਪੈਸਿਆਂ ਦੀਆਂ ਛਟਾਂ ਲੱਦੀ ਪਹੁੰਚ ਗਿਆ ਤੇ ਕਿਹਾ, ਗੁਰੂ ਜੀ, ਮੈਂ ਆਪ ਜੀ ਨੂੰ ਕਈ ਪਿੰਡਾਂ ਵਿੱਚ ਲਭਾਉਂਦਾ ਆਇਆ ਹਾਂ, ਇਹ ਪੈਸੇ ਸਵੀਕਾਰ ਕਰੋ। ਗੁਰੂ ਜੀ ਨੇ ਸਾਰੇ ਬਰਾੜਾਂ ਦੀਆਂ ਤਨਖਾਹਾਂ ਦਾ ਭੁਗਤਾਨ ਕੀਤਾ ਤੇ ਬਾਕੀ ਰਕਮ ਉੱਥੇ ਹੀ ਕਿਸੇ ਥਾਂ ਨੱਪ ਦਿੱਤੀ। ਉੱਥੇ ਹੁਣ ਗੁਰਦੁਆਰਾ ਬਣਿਆ ਹੋਇਆ। ਅਸਾਂ ਆਪਣਾ ਪਿਛਲਾ ਇਤਿਹਾਸ ਆਪ ਹੀ ਗਾਉਂ ਕੇ ਤੇ ਕੀਰਤਨ ਕਰਕੇ ਵਿਗਾੜ ਲਿਆ ਹੈ ਤੇ ਸਾਂਭਿਆ ਵੀ ਨਹੀਂ। ਡਾਕਟਰ ਗੰਡਾ ਸਿੰਘ, ਜੋ ਸਿੱਖ ਇਤਿਹਾਸ ਦੇ ਬੜੇ ਖੋਜੀ ਸਨ, ਨੇ ਕਿਹਾ ਹੈ ਕਿ ਅਨਪੜ੍ਹਤਾ ਵਸ ਸਿੱਖ ਕੌਮ ਨੇ ਆਪਣੇ ਇਤਿਹਾਸਕ ਦਸਤਾਵੇਜ਼ ਭੰਗ ਦੇ ਭਾਂਡੇ ਬਰਬਾਦ ਕੀਤੇ ਹਨ। ਉਹ ਕਹਿੰਦੇ ਹਨ ਕਿ ਇੱਕ ਵਾਰ ਉਹ ਕਿਸੇ ਪਿੰਡ ਗਏ ਤੇ ਇੱਕ ਬੱਚੇ ਦੇ ਹੱਥ ਵਿੱਚ ਇੱਕ ਮੈਲਾ ਜਿਹਾ ਗੱਤਾ ਵੇਖਿਆ। ਖੋਜੀ ਸੁਭਾਅ ਅਨੁਸਾਰ ਜਦੋਂ ਉਹ ਗੱਤਾ ਉਹਨਾਂ ਨੇ ਪੜ੍ਹਿਆ ਤੇ ਵੇਖਿਆ ਤਾਂ ਹੈਰਾਨ ਹੋ ਗਏ। ਉਹ ਦਸਤਾਵੇਜ਼ ਅੰਗਰੇਜ਼ਾਂ ਦੇ ਚੜ੍ਹਾਈ ਕਰਨ ਸਮੇਂ ਸਿੱਖ ਸਰਦਾਰਾਂ ਵੱਲੋਂ ਲਿਆ ਗਿਆ ਪ੍ਰਣ ਪੱਤਰ ਸੀ, ਜਿਸ ਉੱਤੇ ਸਭ ਸਰਦਾਰਾਂ ਦੇ ਦਸਖਤ ਸਨ ਤੇ ਆਖਰੀ ਦਮ ਤੱਕ ਲੜਨ ਦਾ ਪ੍ਰਣ ਸੀ। ਜਦੋਂ ਡਾਕਟਰ ਸਾਹਿਬ ਨੇ ਬੱਚੇ ਨੂੰ ਪੁੱਛਿਆ, ਇਹ ਗੱਤਾ ਤੂੰ ਕਿੱਥੋਂ ਲਿਆ ਹੈ, ਤਾਂ ਉਸਨੇ ਕਿਹਾ, ਜੀ ਇਸੇ ਤਰ੍ਹਾਂ ਦੇ ਗੱਤਿਆਂ ਤੇ ਹੋਰ ਕਈ ਕਾਗਜ਼ਾਂ ਦੀਆਂ ਪੰਡਾਂ ਸਾਡੇ ਤੂੜੀ ਵਾਲੇ ਅੰਦਰ ਰੁਲਦੀਆਂ ਫਿਰਦੀਆਂ ਹਨ। ਕੀ ਕਦੇ ਕਿਸੇ ਹੋਰ ਕੌਮ ਨੇ ਵੀ ਇਸ ਤਰ੍ਹਾਂ ਕੀਤਾ ਹੈ? ਜਿੱਥੇ ਅਸਾਂ ਪਿਛਲਾ ਇਤਿਹਾਸ ਆਪ ਹੀ ਬਰਬਾਦ ਕਰ ਦਿੱਤਾ ਹੈ, ਉੱਥੇ ਅੱਜ ਦੇ ਇਤਿਹਾਸ ਨੂੰ ਵੀ ਨਹੀਂ ਰਹਿਣ ਦਿੱਤਾ। ਵਿਦੇਸ਼ਾਂ ਵਿੱਚ ਜਾਓ ਤਾਂ ਇਟਲੀ ਵਿੱਚ ਉਹ ਥਾਂ ਅਜੇ ਵੀ ਉਸੇ ਤਰ੍ਹਾਂ ਹੀ ਮੌਜੂਦ ਹੈ ਜਿੱਥੇ ਸਾਨਾਂ ਨਾਲ ਲੜਾਈ ਹੁੰਦੀ ਸੀ। ਉਹ ਸਾਰੀ ਇਮਾਰਤ ਵਿੱਚੋਂ ਢੱਠੀ ਹੋਈ ਹੈ, ਪਰ ਉਹਨਾਂ ਨੇ ਜਾਣ ਬੁੱਝ ਕੇ ਹੀ ਇਸ ਤਰ੍ਹਾਂ ਦੀ ਰੱਖੀ ਹੋਈ ਹੈ।
ਇੰਗਲੈਂਡ ਦੀ ਯੂਨੀਵਰਸਿਟੀ ਆਕਸਫੋਰਡ ਦੀਆਂ ਪੁਰਾਣੀਆਂ ਪੌੜੀਆਂ ਘਸ-ਘਸ ਕੇ ਪੀਪੂ ਹੋ ਗਈਆਂ ਹਨ। ਪੌੜੀ ਵਿੱਚ ਪਾਏ ਹੋਏ ਸਰੀਏ ਵੀ ਅੱਧੇ ਘਸ ਗਏ ਹਨ। ਲੋਕਾਂ ਨੇ ਸਰਕਾਰ ਤੇ ਬੜਾ ਜ਼ੋਰ ਪਾਇਆ ਕਿ ਇਹਨਾਂ ਪੌੜੀਆਂ ਦੀ ਮੁਰੰਮਤ ਕੀਤੀ ਜਾਵੇ। ਸਰਕਾਰ ਨੇ ਨਵੀਆਂ ਪੌੜੀਆਂ ਹੋਰ ਬਣਾ ਦਿੱਤੀਆਂ, ਪਰ ਪੁਰਾਣੀਆਂ ਨੂੰ ਨਹੀਂ ਛੇੜਿਆ। ਉਹਨਾਂ ਦਾ ਕਹਿਣਾ ਹੈ ਕਿ ਇਹ ਇਤਿਹਾਸਕ ਪੌੜੀਆਂ ਹਨ। ਇੱਥੋਂ ਦੀ ਬੜੇ ਸਕਾਲਰ ਤੇ ਵਿਦਵਾਨ ਲੰਘ ਕੇ ਗਏ ਹਨ। ਉਹਨਾਂ ਦੀਆਂ ਯਾਦਾਂ ਇਹਨਾਂ ਪੌੜੀਆਂ ਰਾਹੀਂ ਤਾਜ਼ਾ ਰਹਿਣੀਆਂ ਚਾਹੀਦੀਆਂ ਹਨ। ਪਰ ਸਿੱਖਾਂ ਨੇ ਉਹ ਥਾਂ ਵੀ ਢਾਹ ਕੇ ਕਾਰ ਪਾਰਕਿੰਗ ਬਣਾ ਦਿੱਤੀ ਹੈ, ਜਿਸ ਮੁਗਲ ਕੋਤਵਾਲੀ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਰੱਖਿਆ ਗਿਆ ਸੀ ਤੇ ਤਸੀਹੇ ਦਿੱਤੇ ਗਏ ਸਨ। ਹੁਣ ਸਿੱਖ ਇਹ ਫੈਸਲਾ ਕਰਨ ਕਿ ਇਤਿਹਾਸਕ ਪੱਖੋਂ ਕੋਤਵਾਲੀ ਦਾ ਜਿਉਂ ਦਾ ਤਿਉਂ ਰੱਖਿਆ ਜਾਣਾ ਜ਼ਰੂਰੀ ਸੀ ਕਿ ਨਹੀਂ। ਭਾਰਤ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਅਕਾਲ ਤਖਤ ਢਾਹ ਦਿੱਤਾ। ਰਾਮਗੜੀਏ ਬੁੰਗੇ ਵੀ ਉੱਪਰੋਂ ਢਹਿ ਗਏ। ਪਰਿਕਰਮਾ ਦੇ ਨਾਲ ਬਰਾਂਡੇ ਗੋਲੀਆਂ ਨਾਲ ਛਲਣੀ ਹੋਏ ਪਏ ਸਨ ਤੇ ਦਰਬਾਰ ਸਾਹਿਬ ਤੇ ਵੀ ਵੱਜੀਆਂ ਗੋਲੀਆਂ ਦੇ ਨਿਸ਼ਾਨ ਸਨ। ਜਦੋਂ ਬਾਬਾ ਹਰਬੰਸ ਸਿੰਘ ਨੇ ਕਾਰ ਸੇਵਾ ਸ਼ੁਰੂ ਕਰਕੇ ਇਹ ਨਿਸ਼ਾਨੀਆਂ ਮਿਟਾਉਣੀਆਂ ਸ਼ੁਰੂ ਕੀਤੀਆਂ ਤਾਂ ਮੇਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮਾਨ ਨੇ ਮੇਰੀ ਡਿਊਟੀ ਲਾਈ ਕਿ ਗੱਲਬਾਤ ਤੇ ਬੇਨਤੀ ਕਰਕੇ ਮੈਂ ਇਹ ਕਾਰ ਸੇਵਾ ਰੁਕਵਾਵਾਂ। ਹੁਣ ਜਾਂ ਆਉਣ ਵਾਲੇ ਸਮੇਂ ਵਿੱਚ ਸਿੱਖ ਇਹ ਨਾ ਸਮਝ ਲੈਣ ਕਿ ਇਹਨਾਂ ਕਾਰ ਸੇਵੀ ਬਾਬਿਆਂ ਤੇ ਸ਼੍ਰੋਮਣੀ ਕਮੇਟੀ ਨੂੰ ਕਿਸੇ ਨੇ ਇਹ ਇਤਿਹਾਸਕ ਨਿਸ਼ਾਨ ਮਿਟਾਉਣ ਤੋਂ ਰੋਕਿਆ ਨਹੀਂ ਸੀ। ਇਸ ਲਈ ਉਹਨਾਂ ਦਿਨਾਂ ਦੀਆਂ ਅਖਬਾਰਾਂ ਦੀਆਂ ਕਤਾਰਾਂ ਜਾਂ ਕਤਰਾਂ ਤੇ ਚੌਂਕ ਮਹਿਤੇ ਵਿੱਚ ਇਤਿਹਾਸ ਮਿਟਾਉਣ ਦੀਆਂ 2 ਘਟਨਾਵਾਂ ਇੱਥੇ ਲਿਖ ਰਿਹਾ ਹਾਂ। ਇਹਨਾਂ ਦੋਵਾਂ ਘਟਨਾਵਾਂ ਦਾ ਮੈਂ ਚਸ਼ਮਦੀਦ ਗਵਾਹ ਹਾਂ ਤੇ ਬਹੁਤ ਸਰਗਰਮੀ ਨਾਲ ਯਤਨਸ਼ੀਲ ਰਿਹਾ ਹਾਂ ਕਿ ਇਸ ਤਰ੍ਹਾਂ ਨਾ ਹੋਵੇ। ਪਰ ਭਾਰਤ ਸਰਕਾਰ ਦੀਆਂ ਖੂਫੀਆ ਏਜੰਸੀਆਂ ਦੇ ਢਏ ਚੜੇ ਹੋਏ ਕਾਰ ਸੇਵਾ ਵਾਲੇ ਸਾਧ ਤੇ ਸ਼੍ਰੋਮਣੀ ਕਮੇਟੀ ਕਦੋਂ ਟਲਦੀ ਸੀ? ਨਾਲੇ ਅਗਲੇ ਟਲਣ ਦਿੰਦੇ ਸਨ। ਕਈ ਵਾਰ ਤਾਂ ਐਸਾ ਹੁੰਦਾ ਹੈ ਕਿ ਸਿੱਖ ਸਾਧ ਏਜੰਸੀਆਂ ਵੱਲੋਂ ਦਿੱਤੇ ਕੰਮ ਤੋਂ ਵੀ ਅਗਾਂਹ ਲੰਘ ਜਾਂਦੇ ਹਨ। ਜਿਵੇਂ ਕਲਾਸ ਵਿੱਚ ਮਾਸਟਰ ਨੇ ਬੱਚਿਆਂ ਨੂੰ ਪੁੱਛਿਆ, ਬੱਚਿਓ ਤੁਸੀਂ ਆਪਣੀ ਮੰਮੀ ਦੇ ਆਖੇ ਲੱਗਦੇ ਹੁੰਦੇ ਹੋ? ਫਿਰ ਮਾਸਟਰ ਨੇ ਇੱਕ ਸ਼ਰਾਰਤੀ ਜਿਹੇ ਬੱਚੇ ਨੂੰ ਪੁੱਛਿਆ, ਤੂੰ ਲੱਗਦਾ ਹੈ? ਬੱਚੇ ਨੇ ਕਿਹਾ, ਆਹੋ ਜੀ, ਕਈ ਵਾਰ ਤਾਂ ਮੈਂ ਬਹੁਤਾ ਹੀ ਆਖੇ ਲੱਗ ਜਾਂਦਾ। ਮਾਂ ਨੇ ਹੈਰਾਨ ਹੋ ਕੇ ਪੁੱਛਿਆ, ਮਾਸਟਰ ਨੇ ਹੈਰਾਨ ਹੋ ਕੇ ਪੁੱਛਿਆ, ਉਹ ਕਿਵੇਂ? ਬੱਚੇ ਨੇ ਕਿਹਾ, ਜੀ ਮੇਰੀ ਮਾਂ ਮੈਨੂੰ ਆਖੇ ਨਾ ਪਈ ਫਰਿੱਜ ਵਿੱਚ ਜਿਹੜੀ ਆਈਸਕ੍ਰੀਮ ਪਈ ਆ ਉਹ ਕੱਢ ਕੇ ਤੂੰ ਅੱਧੀ ਖਾ ਲੈ, ਤਾਂ ਮੈਂ ਸਾਰੀ ਖਾ ਸੁੱਟਦਾ। ਬਸ ਉਸ ਬੱਚੇ ਵਾਲਾ ਹਾਲ ਹੀ ਕਾਰ ਸੇਵਾ ਵਾਲੇ ਸਾਧਾਂ, ਸ਼੍ਰੋਮਣੀ ਕਮੇਟੀ ਤੇ ਅਕਾਲੀ ਪਾਰਟੀਆਂ ਦਾ ਹੈ। ਭਾਰਤੀ ਗੁਪਤਚਰ ਏਜੰਸੀਆਂ ਵੱਲੋਂ ਆਪਣੀ ਜਾਨ ਤੇ ਆਉਣ ਵਾਲੇ ਖਤਰੇ ਤੋਂ ਬਚਦੇ ਹੋਏ ਮੈਂ ਕਾਰ ਸੇਵਾ ਰੋਕਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ, ਪਰ ਸਫਲ ਨਾ ਹੋਇਆ। ਹੁਣ ਇੱਕ ਵੀ ਨਿਸ਼ਾਨ ਐਸਾ ਨਹੀਂ ਬਚਿਆ ਜਿਸ ਨੂੰ ਵੇਖ ਕੇ ਕੋਈ ਕਹਿ ਸਕੇ ਕਿ 1984 ਨੂੰ ਇੱਥੇ ਭਾਰਤੀ ਫੌਜ ਨੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਸੀ। ਇੱਕ ਅਖਬਾਰੀ ਕਟਿੰਗ ਦਾ ਹਵਾਲਾ ਵੇਖੋ। 18 ਅਕਤੂਬਰ 1994 ਨੂੰ ਇੱਥੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਜਥੇਦਾਰ ਕੁਲਬੀਰ ਸਿੰਘ ਕੌੜਾ, ਮੈਂਬਰ ਕੇਂਦਰੀ ਭਰਤੀ ਅਤੇ ਚੋਣ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਕਾਰ ਸੇਵਾ ਸੰਬੰਧੀ ਛਿੜੇ ਵਿਵਾਦ ਬਾਰੇ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਲਏ ਸਪਸ਼ਟ ਸਟੈਂਡ ਦੀ ਹਮਾਇਤ ਕਰਦਿਆਂ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਨੂੰ ਬੇਨਤੀ ਕੀਤੀ ਕਿ ਜਿੰਨਾ ਚਿਰ ਤੱਕ ਸਾਰਾ ਪੰਥ ਕਾਰ ਸੇਵਾ ਸੰਬੰਧੀ ਕੋਈ ਸਾਂਝਾ ਨਿਰਣਾ ਨਹੀਂ ਲੈਂਦਾ, ਉਹਨਾਂ ਚਿਰ ਤੱਕ ਕਾਰ ਸੇਵਾ ਦਾ ਕੰਮ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ। ਇਸ ਸੰਬੰਧੀ ਮਾਨ ਸਾਹਿਬ ਵੱਲੋਂ ਭੇਜਿਆ ਇੱਕ ਵਫਦ ਬਾਬਾ ਜੀ ਦੇ ਨੁਮਾਇੰਦਾ ਸਿੰਘਾਂ ਨੂੰ ਮਿਲ ਕੇ ਸਾਰੀ ਬੇਨਤੀ ਕਰ ਚੁੱਕਾ ਹੈ। ਵਫਦ ਨੂੰ ਉੱਥੇ ਮੌਜੂਦ ਸੇਵਾਦਾਰ ਸਿੰਘਾਂ ਨੇ ਦੱਸਿਆ ਕਿ ਬਾਬਾ ਹਰਬੰਸ ਸਿੰਘ ਜੀ ਨੇ ਛਿੜੇ ਵਿਵਾਦ ਨੂੰ ਮੁੱਖ ਰੱਖ ਕੇ ਦੁਬਿਧਾ ਵਿੱਚ ਪੈਣ ਦੀ ਬਜਾਏ ਕਾਰ ਸੇਵਾ ਬੰਦ ਕਰ ਦਿੱਤੀ ਸੀ, ਪਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਦੁਬਾਰਾ ਸ਼ੁਰੂ ਕਰਵਾ ਦਿੱਤੀ ਹੈ।
ਸੋ ਇਸ ਭਾਗ ਲਈ ਇਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।